प्रोग्राम खास खबर देख रहे दर्शकों का स्वागत। मैं हाँ कमलजीत सिद्धू। सब तो पहला ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ। ਜਿਨ੍ਹਾਂ ਦੋ ਖਬਰਾਂ ਦੇ ਉੱਤੇ ਦੋਸਤੋ ਗੱਲ ਕਰਾਂਗੇ ਉਹਨਾਂ ਵਿੱਚ ਪਹਿਲੀ ਖਬਰ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਵਿਵਾਦ ਜਿਹੜਾ ਆ ਉਹ ਹੈਲਮਟ ਪਾਉਣ ਨੂੰ ਲੈ ਕੇ ਆ। ਸਿੱਖ ਫੌਜੀਆਂ ਦੇ ਹੈਲਮਟ ਦੇ ਬਾਰੇ ਜਿਹੜਾ ਆ ਇਸ ਦੇ ਉੱਤੇ ਹੁਣ ਸਿਆਸਤ ਸ਼ੁਰੂ ਹੋ ਚੁੱਕੀ ਆ। ਇਹ ਮਾਮਲਾ ਗਰਮਾਇਆ ਹੋਇਆ। ਤਾਂ ਦੂਸਰਾ ਮੁੱਦਾ ਇਹ ਹੈ ਕਿ ਦਿੱਲੀ ਦੇ ਜਿਹੜੇ ਸਿੱਖ ਆਗੂ ਆ ਉਹਨਾਂ ਦੀ ਹੁਣ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਇੱਕ ਦੂਜੇ ਦੇ ਉੱਤੇ, ਔਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਪੱਤਰ ਲਿਖਿਆ। ਇਸ ਮੁੱਦੇ ਉੱਤੇ ਗੱਲ ਕਰਾਂਗੇ। ਪਹਿਲੀ ਖਬਰ ਵੱਲ ਆਉਂਦੇ ਆ। ਪਹਿਲੀ ਖਬਰ ਦੇ ਵਿੱਚ ਚਰਚਾ ਛਿੜੀ ਹੋਈ ਆ ਕੁਝ ਦਿਨਾਂ ਤੋਂ ਕਿ ਭਾਰਤੀ ਫੌਜ ਦੇ ਵਿੱਚ ਜਿਹੜੇ ਸਿੱਖ ਫੌਜੀ ਆ ਜਿਨ੍ਹਾਂ ਦੀ ਤਾਦਾਦ ਜਿਹੜੀ ਆ ਵੱਡੀ ਗਿਣਤੀ ਵਿੱਚ ਆ, ਉਹਨਾਂ ਨੂੰ ਹੁਣ ਜੋ ਆ ਹੈਲਮਟ ਖਾਸ ਤੌਰ ਤਰੀਕਿਆਂ ਦੇ ਬਣਾ ਕੇ ਪਹਿਨਾਏ ਜਾਣਗੇ। ਇੱਥੇ ਰਹਿਤਨਾਮੇ ਆ ਸਿੱਖ ਧਰਮ ਵਾਸਤੇ। ਰਹਿਤਨਾਮਿਆਂ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਹੋਏ ਸਿੱਖ ਸਿਰ ਟੋਪ ਧਰੇ, 7 ਜਨਮ ਕੁਸ਼ਟ ਹੋਏ ਮਰੇ। ਇਸ ਕਰਕੇ ਵਰਜਿਤ ਹੈ। ਇਸ ਦਾ ਜਿਹੜਾ ਮੁੱਦਾ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਉਠਾਇਆ ਆ ਔਰ ਉਹਨਾਂ ਨੇ ਵਿਰੋਧ ਕੀਤਾ ਆ ਔਰ ਇੱਥੋਂ ਤੱਕ ਕਿਹਾ ਆ ਕਿ ਇਹ ਕੋਈ 5-7 ਮੀਟਰ ਦਾ ਕੱਪੜਾ ਨਹੀਂ ਹੈ। ਇਹ ਖਾਲਸੇ ਨੂੰ ਬਖਸ਼ੀ ਹੋਈ ਉਸ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਆ ਉਹ ਦਸਤਾਰ ਆ, ਗੁਰੂ ਸਾਹਿਬਾਂ ਦੀ ਉਹ ਦਸਤਾਰ ਆ ਜੋ ਖਾਲਸੇ ਦੀ ਇੱਕ ਪ੍ਰਤੀਕ ਬਣੀ ਆ ਪੂਰੀ ਦੁਨੀਆ ਵਿੱਚ, ਜਿਸ ਕਰਕੇ ਖਾਲਸਾ ਆਪਣੀ ਆਣ ਬਾਣ ਸ਼ਾਨ ਦੇ ਲਈ ਜਾਣਿਆ ਜਾਂਦਾ ਆ। ਪਰ ਭਾਰਤੀ ਫੌਜ ਹੁਣ ਸਿੱਖ ਫੌਜੀਆਂ ਨੂੰ ਟੋਪ ਕਿਉਂ ਪਹਿਨਾਉਣਾ ਚਾਹੁੰਦੀ ਹੈ? ਕਿ ਇਹ ਜਾਇਜ਼ ਹੈ ਕਿ ਸਿੱਖ ਫੌਜੀ ਜਿਹੜੇ ਆ ਹੁਣ ਦਸਤਾਰਾਂ ਛੱਡ ਕੇ, ਹਾਲਾਂਕਿ 8 ਤੋਂ 9 ਮੀਟਰ ਤੱਕ ਦੀਆਂ ਦਸਤਾਰਾਂ ਜਿਹੜੀਆਂ ਆ ਸਿੱਖ ਫੌਜ ਜਿਹੜੀ ਆ ਉਹ ਬੰਨ੍ਹਦੀ ਰਹੀ ਆ, ਸਿੱਖ ਫੌਜੀ ਬੰਨ੍ਹਦੇ ਰਹੇ ਆ, ਤਾਂ ਫਿਰ ਇੱਥੇ ਕੀ ਇਹ ਜ਼ਰੂਰੀ ਹੋ ਜਾਂਦਾ ਆ ਕਿ ਜਿਹੜਾ ਹੈਲਮਟ ਆ ਜਿਸ ਦੇ ਬਾਰੇ ਦੱਸਿਆ ਜਾ ਰਿਹਾ ਕਿ ਪੱਗ ਦੇ ਉੱਪਰੋਂ ਪਾਇਆ ਜਾਊਗਾ ਔਰ ਇੱਕ ਸਪੈਸ਼ਲ ਕਿਸਮ ਦਾ ਹੈਲਮਟ ਜਿਹੜਾ ਆ ਉਹ ਹੋਊਗਾ। ਇਸ ਦੇ ਬਾਰੇ ਵੱਖ-ਵੱਖ ਲੋਕਾਂ ਦੀ ਕੀ ਵਿਚਾਰਧਾਰਾ ਆ ਉਸ ਦੇ ਬਾਰੇ ਜਿਹੜੀ ਆ ਹੁਣ ਚਰਚਾ ਛਿੜੀ ਹੋਈ ਆ। ਤਾਂ ਇਸ ਚਰਚਾ ਦੇ ਵਿੱਚ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਉਸ ਬਿਆਨ ਬੰਨੀ ਧਿਆਨ ਦੇ ਲੈਂਦੇ ਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਆ ਕਿ ਸਿੱਖ ਫੌਜੀਆਂ ਲਈ ਜਿਹੜਾ ਵਿਸ਼ੇਸ਼ ਹੈਲਮਟ ਆਇਆ ਉਹ ਸਿੱਖ ਰਹਿਤ ਮਰਯਾਦਾ ਦੇ ਬਿਲਕੁਲ ਖਿਲਾਫ ਹੈ। ਕੇਂਦਰ ਨੂੰ ਇਸ ਮਾਮਲੇ ਤੇ ਗੌਰ ਕਰਨਾ ਚਾਹੀਦਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿੱਖ ਫੌਜੀਆਂ ਨੇ ਹਮੇਸ਼ਾ ਦਸਤਾਰ ਸਜਾ ਕੇ ਜੰਗਾਂ ਲੜੀਆਂ ਨੇ। ਬਿਨਾਂ ਕਿਸੇ ਲੋਹ ਟੋਪ ਦੇ ਜੰਗ ਦੇ ਮੈਦਾਨ ਵਿੱਚ ਜਾਣਾ ਸਿੱਖਾਂ ਦੇ ਇਤਿਹਾਸ ਦਾ ਹਿੱਸਾ ਰਿਹਾ। ਉਹਨਾਂ ਅੱਗੇ ਕਿਹਾ ਹੈ ਕਿ ਦਸਤਾਰ ਸਿੱਖ ਦੇ ਸਿਰ ਦੇ ਉੱਤੇ ਬੰਨ੍ਹਿਆ ਹੋਇਆ ਕੋਈ 5-7 ਮੀਟਰ ਦਾ ਕੱਪੜਾ ਨਹੀਂ ਹੈ, ਸਗੋਂ ਇਹ ਤਾਂ ਗੁਰੂ ਸਾਹਿਬ ਵੱਲੋਂ ਬਖਸ਼ਿਆ ਗਿਆ ਤਾਜ ਹੈ। ਉਹਨਾਂ ਕਿਹਾ ਕਿ ਸਿੱਖਾਂ ਦੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਆਪ ਹੈ ਤੇ ਸਿੱਖ ਫੌਜੀਆਂ ਨੂੰ ਕਿਸੇ ਤਰ੍ਹਾਂ ਦਾ ਟੋਪ ਜਾਂ ਹੈਲਮਟ ਪਾਉਣ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਫੈਸਲੇ ਦੇ ਉੱਤੇ ਗੌਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਫੌਜ ਦੇ ਸਿੱਖ ਜਵਾਨਾਂ ਨੂੰ ਜਲਦੀ ਹੀ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਬੈਲਿਸਟਿਕ ਹੈਲਮਟ ਦਾ ਜਿਹੜਾ ਤੋਹਫਾ ਆ ਉਹ ਮਿਲਣ ਵਾਲਾ ਆ। ਫੌਜ ਦੇ ਅਧਿਕਾਰੀਆਂ ਦਾ ਦਾਅਵਾ ਕੀ ਸੀਗਾ ਕਿ ਰੱਖਿਆ ਮੰਤਰਾਲੇ ਵੱਲੋਂ ਖਰੀਦ ਲਈ ਇਹ ਇੱਕ ਤਰ੍ਹਾਂ ਦਾ ਪਹਿਲਾ ਹੁਕਮ ਹੈ। ਰੱਖਿਆ ਮੰਤਰਾਲੇ ਨੇ ਐਮਰਜੈਂਸੀ ਖਰੀਦ ਪ੍ਰਕਿਰਿਆ ਤਹਿਤ 12,730 ਹੈਲਮਟ ਖਰੀਦਣ ਲਈ ਰਿਕੁਐਸਟ ਫਾਰ ਪ੍ਰਮੋਸ਼ਨ ਜਾਰੀ ਕੀਤਾ ਆ। ਇਹ 2-3 ਦਿਨ ਪਹਿਲਾਂ ਦੀ ਖਬਰ ਹੈ ਜਦੋਂ ਤੱਕ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਆ। ਉਸ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਜਿਹੜਾ ਵਿਵਾਦ ਆ ਉਹ ਭਖਣਾ ਸ਼ੁਰੂ ਹੋਇਆ। ਹਾਲਾਂਕਿ ਇਸ ਬਾਰੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆ, ਉਹਨਾਂ ਨੇ ਵੀ ਇੱਕ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਆ ਇਸ ਬਾਬਤ ਕਿ ਇਹ ਜਾਇਜ਼ ਨਹੀਂ ਹੈ, ਇਹ ਸਿੱਖਾਂ ਦੇ ਨਾਲ ਜਿਹੜਾ ਆ ਉਹ ਧੱਕਾ ਕੀਤਾ ਜਾ ਰਿਹਾ। ਤਾਂ ਭਾਰਤ ਸਰਕਾਰ ਵੱਲੋਂ ਸਿੱਖ ਫੌਜੀਆਂ ਲਈ ਬਣਵਾਏ ਜਾ ਰਹੇ ਖਾਸ ਹੈਲਮਟਾਂ ਨੂੰ ਲੈ ਕੇ ਅਕਾਲ ਤਖਤ ਦੇ ਜਥੇਦਾਰ ਦਾ ਇਹ ਪ੍ਰਤੀਕਰਮ ਸੀਗਾ। ਉਹਨਾਂ ਨੇ ਜਿਹੜਾ ਵੀਡੀਓ ਸੰਦੇਸ਼ ਜਾਰੀ ਕੀਤਾ ਆ ਉਸ ਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਆ ਕਿ ਇਸ ਕਦਮ ਨੂੰ ਸਿੱਖਾਂ ਦੀ ਪਛਾਣ ਖਤਮ ਕਰਨ ਦੇ ਯਤਨ ਵਜੋਂ ਦੇਖਿਆ ਜਾਵੇਗਾ। ਸਿੱਖ ਇਤਿਹਾਸਕਾਰ ਅਤੇ ਸੈਨਿਕ ਇਤਿਹਾਸਕਾਰ ਸਮੇਂ ਦੇ ਨਾਲ ਚੀਜ਼ਾਂ ਅਤੇ ਸੁਰੱਖਿਆ ਦੇ ਮਸਲੇ ਨੂੰ ਮਿਲ ਕੇ ਸੋਚਣ ਦੀ ਗੱਲ ਆਖ ਰਹੇ ਨੇ। ਦੱਸ ਦਈਏ ਕਿ ਭਾਰਤ ਵਿੱਚ ਇੱਕ ਕੰਪਨੀ ਵੱਲੋਂ ਵਿਸ਼ੇਸ਼ ਤੌਰ ਉੱਤੇ ਸਿੱਖ ਫੌਜੀਆਂ ਲਈ ਜੰਗਜੂ ਹੈਲਮਟ ਡਿਜ਼ਾਈਨ ਕੀਤੇ ਗਏ ਨੇ। ਸਿੱਖ ਫੌਜੀਆਂ ਲਈ ਤਿਆਰ ਕੀਤੇ ਜਾ ਰਹੇ ਇਹਨਾਂ ਹੈਲਮਟਾਂ ਬਾਰੇ ਵਿਸ਼ੇਸ਼ ਇਹ ਦੱਸਿਆ ਜਾ ਰਿਹਾ ਹੈ ਕਿ
ਇਹ ਸੁਰੱਖਿਆ ਕਰਨਗੇ, ਇਹ ਫਾਇਦਾ ਦੇਣਗੇ। ਪਰ ਇਸ ਤੋਂ ਪਹਿਲਾਂ ਜਾਣਦੇ ਹਾਂ ਕਿ ਆਮ ਜਿਹੜੇ ਹੋਰ ਲੋਕ ਸੀਗੇ ਜਿਨ੍ਹਾਂ ਦੇ ਨਾਲ ਇਹ ਚਰਚਾ ਛਿੜੀ ਆ, ਉਸ ਤੋਂ ਬਾਅਦ ਉਹਨਾਂ ਨੇ ਕੀ ਕੀ ਪ੍ਰਤੀਕਰਮ ਜਿਹੜੇ ਆ ਉਹ ਦਿੱਤੇ ਨੇ। ਤਾਂ ਇੱਥੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਤਾਂ ਪ੍ਰਤੀਕਰਮ ਇਹ ਵੀ ਹੈ, ਉਹਨਾਂ ਦਾ ਕਹਿਣਾ ਹੈ ਕਿ ਸਾਡੀ ਪਛਾਣ ਨੂੰ ਖਤਮ ਕਰਨ ਦੇ ਯਤਨ ਮੰਨੇ ਜਾਣਗੇ। ਸਾਡੀ ਪਛਾਣ ਦੀ ਪ੍ਰਤੀਕ ਦਸਤਾਰ ਉੱਤੇ ਕਿਸੇ ਕਿਸਮ ਦਾ ਟੋਪ ਪਾਉਣਾ ਇਹ ਸਾਡੀ ਪਛਾਣ ਨੂੰ ਖਤਮ ਕਰਨ ਦੇ ਯਤਨ ਵਜੋਂ ਦੇਖਿਆ ਜਾਵੇਗਾ ਤੇ ਨਾ ਹੀ ਪੰਥ ਇਸ ਨੂੰ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਕਰੇਗਾ। ਪੰਥ ਵਿੱਚ ਜਿਹੜੀ ਟੋਪੀ ਪਾਉਣੀ ਹੈ ਉਹ ਵਰਜਿਤ ਹੈ। ਜਿਵੇਂ ਕਿ ਮੈਂ ਪਹਿਲਾਂ ਰਹਿਤਨਾਮਾ ਤੁਹਾਨੂੰ ਸਿੱਖਾਂ ਦੇ ਬਾਰੇ ਦੱਸਿਆ ਆ, ਉਸ ਦੇ ਵਿੱਚ ਇਹੀ ਜ਼ਿਕਰ ਹੈ। ਔਰ ਪੁਰਾਤਨ ਮਰਜ਼ਾਦਾ ਜਿਹੜੀ ਹੈ ਉਹ ਚੱਲੀ ਆਉਂਦੀ ਹੈ ਕਿ ਸਿੱਖ ਜਿਹੜੇ ਆ ਉਹ ਟੋਪੀ ਨਹੀਂ ਪਾ ਸਕਦੇ। ਇੱਥੋਂ ਤੱਕ ਕਿ ਗੁਰੂ ਘਰਾਂ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜੋ ਆ ਟੋਪੀ ਪਾ ਕੇ ਜਾਣ ਤੋਂ ਮਨਾਹੀ ਹੁੰਦੀ ਆ। ਤੁਸੀਂ ਰੁਮਾਲ ਸਿਰ 'ਤੇ ਬੰਨ੍ਹ ਸਕਦੇ ਹੋ, ਦਸਤਾਰ ਜਾਂ ਪਰਨਾ ਸਾਫਾ ਬੰਨ੍ਹ ਸਕਦੇ ਹੋ, ਤੁਸੀਂ ਉੱਥੇ ਟੋਪੀ ਪਾ ਕੇ ਵੀ ਨਹੀਂ ਜਾ ਸਕਦੇ। ਉਹਨਾਂ ਕਿਹਾ ਕਿ ਸਾਡੇ ਸਰੋਤਾਂ ਵਿੱਚ ਵੀ ਇਸ ਸੰਬੰਧੀ ਉਦਾਹਰਨਾਂ ਮਿਲਦੀਆਂ ਨੇ ਤੇ ਖਾਸ ਉਹਨਾਂ ਨੇ ਇੱਕ ਉਸ ਪਹਿਲੂ ਦਾ, ਪਹਿਲੇ ਵਿਸ਼ਵ ਯੁੱਧ ਦਾ ਵੀ ਜ਼ਿਕਰ ਕੀਤਾ ਆ, ਜਿਸ ਦੇ ਵਿੱਚ ਸਿੱਖਾਂ ਨੇ ਦਸਤਾਰਾਂ ਸਜਾ ਕੇ ਆਪਣੀ ਬਹਾਦਰੀ ਵਿਖਾਈ। ਉਸ ਤੋਂ ਬਾਅਦ 1965, 1962 ਤੇ 1971 ਦੀਆਂ ਜੰਗਾਂ 'ਚ ਵੀ ਸਿੱਖ ਸਿਪਾਹੀਆਂ ਨੇ ਦਸਤਾਰਾਂ ਸਜਾ ਕੇ ਵੈਰੀਆਂ ਨੂੰ ਜਵਾਬ ਦਿੱਤਾ। ਤੇ ਉਸ ਤੋਂ ਬਾਅਦ ਹੁਣ ਵੀ ਤਾਂ ਬਾਰਡਰਾਂ ਦੇ ਉੱਤੇ ਜੰਗਾਂ ਹੁੰਦੀਆਂ ਨੇ, ਚਾਹੇ ਚੀਨ ਨਾਲ ਹੋਵੇ, ਚਾਹੇ ਲਹਿੰਦੇ ਮੁਲਕ ਪਾਕਿਸਤਾਨ ਦੇ ਨਾਲ ਹੋਵੇ। ਮਤਲਬ ਇਹ ਹੈ ਕਿ ਜਦੋਂ ਸਰਹੱਦਾਂ ਉੱਤੇ ਲੜਾਈ ਹੈ ਤਾਂ ਫਿਰ ਉੱਥੇ ਦੁਸ਼ਮਣੀ ਹੀ ਹੈ। ਤਾਂ ਉੱਥੇ ਜਿਹੜੀ ਆਪਣੀ ਉਹਨਾਂ ਨੇ ਇੱਕ ਪਛਾਣ ਬਣਾਈ ਹੈ, ਜੋ ਦਿਖਾਈ ਹੈ, ਜਿਹੜਾ ਆਪਣਾ ਦਸਤਾਰਾਂ ਸਜਾ ਕੇ ਵੈਰੀਆਂ ਨੂੰ ਜਵਾਬ ਦਿੱਤਾ ਆ, ਪਰ ਲੋਹ ਟੂਬ ਜਾਂ ਹੈਲਮਟ ਬਿਲਕੁਲ ਨਹੀਂ ਪਾਇਆ। ਉਹਨਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਕੁਝ ਸੰਸਥਾਵਾਂ ਜਿਹੜੀਆਂ ਨੇ ਹੈਲਮਟ ਨੂੰ ਜਿਹੜੀਆਂ ਪ੍ਰਮੋਟ ਕਰ ਰਹੀਆਂ ਨੇ ਕਿ ਹੈਲਮਟ ਜਿਹੜਾ ਆ ਉਹ ਪਾਉਣਾ ਚਾਹੀਦਾ ਆ। ਉਹਨਾਂ ਆਖਿਆ ਕਿ ਇਸ ਬਾਰੇ ਇੱਕ ਵੈਬਸਾਈਟ ਜਿਹੜੀ ਆ ਉਹ ਵੀ ਬਣਾ ਕੇ ਰੱਖੀ ਹੋਈ ਹੈ ਕਿ ਸਿੱਖਾਂ ਵਿਚਕਾਰ ਹੈਲਮਟ ਨੂੰ ਪ੍ਰਮੋਟ ਕਰਨ ਦਾ ਯਤਨ ਜੋ ਆ ਉਹ ਕੀਤਾ ਜਾ ਸਕੇ। ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਭਾਰਤ ਸਰਕਾਰ ਤੇ ਭਾਰਤੀ ਫੌਜ ਦੇ ਅਫਸਰਾਂ ਨੂੰ ਇਸ ਮਸਲੇ ਦੇ ਉੱਤੇ ਗੌਰ ਕਰਨ ਬਾਰੇ ਤਾਕੀਦ ਕੀਤੀ ਹੈ। ਭਾਰਤ ਵਿੱਚ ਪਿਛਲੇ ਸਾਲ 2022 ਦੀ ਆਪਾਂ ਗੱਲ ਕਰ ਲਈਏ ਤਾਂ ਕਾਨਪੁਰ ਆਧਾਰਿਤ MKU ਕੰਪਨੀ ਨੇ ਸਿੱਖ ਫੌਜੀਆਂ ਦੇ ਸਿਰਾਂ ਤੇ ਪਾਉਣ ਲਈ ਹੈਂਡ ਗੇਅਰ ਬਣਾਉਣ ਦਾ ਦਾਅਵਾ ਕੀਤਾ ਸੀ। ਇਹ ਕੰਪਨੀ ਡਿਫੈਂਸ ਨਾਲ ਜੁੜੇ ਸਾਜ਼ੋ ਸਮਾਨ ਤਿਆਰ ਕਰਦੀ ਹੈ। ਉਹਨਾਂ ਦੀ ਵੈਬਸਾਈਟ ਮੁਤਾਬਕ ਕੰਪਨੀ ਨੇ ਸਮਾਰਟ ਡਿਜ਼ਾਈਨ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਆ ਕਵਾਰੋ SH 111 T ਇੱਕ ਵਿਸ਼ੇਸ਼ ਬੈਲਿਸਟਿਕ ਹੈਲਮਟ ਹੈ ਜੋ ਸਿੱਖ ਫੌਜੀਆਂ ਵੱਲੋਂ ਡਿਊਟੀ ਵੇਲੇ ਪਹਿਨਣ ਲਈ ਤਿਆਰ ਕੀਤਾ ਗਿਆ ਆ। ਸਿੱਖ ਫੌਜੀਆਂ ਲਈ ਬਣ ਰਹੇ ਜੰਗਜੂ ਹੈਲਮਟ ਇਸ ਦੀ ਖਾਸੀਅਤ ਦੀ ਅਗਰ ਗੱਲ ਕੀਤੀ ਜਾਵੇ ਕਿ ਹਰ ਤਰ੍ਹਾਂ ਦੇ ਜੰਗਜੂ ਮਾਹੌਲ ਵਿੱਚ ਸੁਰੱਖਿਆ ਪ੍ਰਦਾਨ ਕਰਦਾ ਆ। ਇਸ ਨੂੰ ਸਿਰ ਦੇ ਆਕਾਰ ਦੇ ਮੁਤਾਬਕ ਡਿਜ਼ਾਈਨ ਕੀਤਾ ਗਿਆ। ਇਸ ਦਾ ਭਾਰ ਅਤੇ ਇਸ ਵਿੱਚ ਵਰਤੀ ਗਈ ਸਮੱਗਰੀ ਨੂੰ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਇਸ ਨੂੰ ਲੰਬੇ ਸਮੇਂ ਤੱਕ ਪਾ ਕੇ ਰੱਖਿਆ ਜਾ ਸਕਦਾ ਹੈ। ਤੇ ਇਹ ਵੀ ਦਾਅਵਾ ਕੀਤਾ ਗਿਆ ਕਿ ਇਹ ਹੈਲਮਟ 40% ਦਿਮਾਗ ਦੀ ਜਿਹੜੀ ਸੱਟ ਹੈ ਉਸ ਨੂੰ ਘਟਾ ਸਕਦਾ ਹੈ। ਵੈਬਸਾਈਟ ਤੇ ਜਾਣਕਾਰੀ ਮੁਤਾਬਕ ਇਸ ਹੈਲਮਟ ਵਿੱਚ ਫੰਗਲ ਇਨਫੈਕਸ਼ਨ ਦਾ ਜਿਹੜਾ ਖਤਰਾ ਆ ਉਹ ਘੱਟ ਰਹਿੰਦਾ ਆ। ਕੈਮੀਕਲ ਵੀ ਸੁਰੱਖਿਅਤ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਹੈਲਮਟ ਨੂੰ ਪਹਿਨਣ ਨਾਲ ਕਿਸੇ ਤਰ੍ਹਾਂ ਦੀ ਕੋਈ ਐਲਰਜੀ ਨਹੀਂ ਹੁੰਦੀ ਤੇ ਸਾਰੇ ਮੌਸਮਾਂ ਦੇ ਵਿੱਚ ਜਿਹੜਾ ਹੈਗਾ ਆਸਾਨੀ ਨਾਲ ਪਾਇਆ ਜਾ ਸਕਦਾ। ਤੇ ਇਸ ਤੋਂ ਇਲਾਵਾ ਇਹ ਫੌਜ ਵਿੱਚ ਵਰਤੇ ਜਾਣ ਵਾਲੇ ਹੋਰ ਸਾਜ਼ੋ ਸਮਾਨ ਜਿਵੇਂ ਕਿ ਹੈੱਡਫੋਨ ਆਦਿ ਦੇ ਇਸਤੇਮਾਲ ਲਈ ਵੀ ਸਹਾਇਕ ਹੈ। ਇਸ ਲਈ ਇਸ ਹੈਲਮਟ ਨੂੰ ਸਿੱਖ ਫੌਜੀਆਂ ਲਈ ਬਣਾਇਆ ਜਾ ਰਿਹਾ ਹੈ। ਵੱਖ-ਵੱਖ ਸਿੱਖ ਵਿਦਵਾਨਾਂ ਦੇ ਵੀ ਵਿਚਾਰ ਇਸ ਬਾਰੇ ਸਾਹਮਣੇ ਆਏ ਆ। ਉਹਨਾਂ ਦਾ ਕਹਿਣਾ ਆ ਕਿ ਜਦੋਂ ਵੀ ਸਿੱਖਾਂ ਨੂੰ ਪੱਗ ਉਤਾਰ ਕੇ ਹੈਲਮਟ ਪਾਉਣ ਲਈ ਕਿਹਾ ਗਿਆ ਆ ਤੇ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਆ। ਜੋ ਹੈਲਮਟ ਆ ਰਿਹਾ ਉਹ ਸਿੱਖਾਂ ਨੂੰ ਦਸਤਾਰ ਦੇ ਉੱਪਰ ਪਾਉਣ ਲਈ ਕਿਹਾ ਜਾ ਰਿਹਾ। ਇਹ ਹੈਲਮਟ ਲਈ ਤੁਸੀਂ ਦਸਤਾਰ ਉਤਾਰਨੀ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਜ਼ਾਦਾ ਵਿੱਚ ਕੇਸਾਂ ਦੀ ਬਹੁਤ ਵੱਡੀ ਜਿਹੜੀ ਮਹਾਨਤਾ ਆ ਉਹ ਹੈਗੀ ਆ। ਇਸੇ ਕਾਰਨ ਅਨੰਦਪੁਰ ਸਾਹਿਬ ਨੂੰ ਕੇਸਗੜ੍ਹ ਸਾਹਿਬ ਕਹਿੰਦੇ ਆ। ਕੇਸਾਂ ਦੀ ਸੰਭਾਲ ਲਈ ਜਿਹੜੇ ਸਿੰਘ ਆ ਉਹ ਦਸਤਾਰ ਸਜਾਉਂਦੇ ਆ। ਅੱਜ ਕੱਲ੍ਹ ਜਦੋਂ ਗੋਲੀਆਂ ਨਾਲ ਲੜਾਈ ਹੁੰਦੀ ਆ ਤੇ ਦਸਤਾਰ ਨਾਲ ਤੁਸੀਂ ਜ਼ਖਮੀ ਹੋ ਸਕਦੇ ਹੋ, ਇਸ ਲਈ ਦਸਤਾਰ ਉੱਪਰ ਪਾਉਣ ਲਈ ਖਾਸ ਹੈਲਮਟ ਬਣਾਇਆ ਗਿਆ। ਇਸ ਦਾ ਮਕਸਦ ਇਹ ਹੈ ਕਿ ਸਿੱਖ ਆਪਣੀ ਦਸਤਾਰ ਬੰਨੀ ਰੱਖਣ। ਇਹ ਇੱਕ ਤਰ੍ਹਾਂ ਦੀ ਢਾਲ ਹੈ। ਇਸ ਤੇ ਨਾ ਕੇਸਾਂ ਨੂੰ ਅਤੇ ਨਾ ਹੀ ਦਸਤਾਰ ਨੂੰ ਪਰੇਸ਼ਾਨ ਕਰਨਾ। ਇਹ ਸੁਰੱਖਿਆ ਵਿੱਚ ਸਹਾਇਕ ਹੋਊਗਾ। ਇਸ ਮਸਲੇ ਨੂੰ ਅਸਲ ਵਿੱਚ ਕੀ ਹੋਣਾ ਚਾਹੀਦਾ ਆ ਕਿ ਮਿਲ ਬੈਠ ਕੇ ਸਿਆਣੇ ਬੰਦਿਆਂ ਅਤੇ ਸਿੱਖ
ਵਿਦਵਾਨਾਂ ਨਾਲ ਗੱਲ ਕਰਕੇ ਜਥੇਦਾਰ ਸਾਹਿਬ ਨੂੰ ਵੀ ਜਿਹੜੀ ਗੱਲ ਆ ਉਹ ਕਰਨੀ ਚਾਹੀਦੀ ਆ। ਹਰ ਚੀਜ਼ ਸਿੱਖਾਂ ਦੇ ਵਿਰੁੱਧ ਨਹੀਂ ਹੁੰਦੀ ਗੀ, ਹਰ ਚੀਜ਼ ਸਿੱਖਾਂ ਦੇ ਵਿਰੁੱਧ ਨਹੀਂ ਹੁੰਦੀ। ਇੱਕ ਸੈਨਿਕ ਇਤਿਹਾਸਕਾਰ ਜਿਹੜੇ ਨੇ ਮਨਦੀਪ ਸਿੰਘ ਬਾਜਵਾ, ਉਹਨਾਂ ਦੀ ਗੱਲ ਵੀ ਸਾਹਮਣੇ ਆਈ ਹੈ। ਸਰਕਾਰ ਅਤੇ ਧਾਰਮਿਕ ਆਗੂ ਆਪਣੇ ਪੱਧਰ ਉੱਪਰ ਫੈਸਲੇ ਸੁਣਾ ਰਹੇ ਨੇ, ਪਰ ਦੋਵਾਂ ਧਿਰਾਂ ਨੂੰ ਇਸ ਫੈਸਲੇ ਨਾਲ ਪ੍ਰਭਾਵਿਤ ਹੋਣ ਵਾਲੇ ਸੈਨਿਕਾਂ ਅਤੇ ਵਿਦਵਾਨਾਂ ਨਾਲ ਵੀ ਗੱਲ ਕਰਨੀ ਚਾਹੀਦੀ ਆ। ਉਹਨਾਂ ਕਿਹਾ ਕਿ ਇੱਕ ਬਹੁਤ ਵੱਡਾ ਇਹ ਮਸਲਾ ਆ, ਸਿੱਖ ਫੌਜੀਆਂ ਦੀ ਪਛਾਣ ਜਿਹੜੀ ਹੈ ਉਹ ਪੱਗ ਨਾਲ ਹੈ। ਦੂਜੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਨੇ ਹੈਲਮਟ ਲਾਜ਼ਮੀ ਕਰ ਦਿੱਤਾ ਸੀ, ਪਰ ਸਿੱਖ ਜਵਾਨਾਂ ਨੇ ਪਾਉਣ ਤੋਂ ਨਾ ਕਰ ਦਿੱਤੀ ਸੀ, ਇਸ ਲਈ ਉਹਨਾਂ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਸੀਗਾ। ਹਾਲਾਂਕਿ ਬਾਅਦ ਵਿੱਚ ਅੰਗਰੇਜ਼ਾਂ ਨੂੰ ਝੁਕਣਾ ਪਿਆ। ਤਾਂ ਹੁਣ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਦੌਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਸਮਾਂ ਬਦਲ ਗਿਆ। ਲੋਕ ਸੁਰੱਖਿਆ ਬਾਰੇ ਸੋਚਦੇ ਨੇ, ਜੇਕਰ ਕਿਸੇ ਨੂੰ ਗੋਲੀ ਲੱਗਦੀ ਹੈ ਤਾਂ ਉਹ ਜਾਨਲੇਵਾ ਹੁੰਦੀ ਹੈ। ਮੈਂ ਇਕੱਲਾ ਹੈਲਮਟ ਪਾਉਣਾ ਹੀ ਨਹੀਂ ਕਹਾਂਗਾ, ਇਸ ਬਾਰੇ ਸੋਚਣ ਦੀ ਤਾਂ ਲੋੜ ਹੈ। ਤਾਂ ਮੱਧਕਾਲੀ ਇਤਿਹਾਸ ਦੀ ਅਗਰ ਗੱਲ ਕੀਤੀ ਜਾਵੇ, ਸਿੱਖ ਮਿਸਲਾਂ ਵੇਲੇ ਜਾਂ ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਸਿੱਖ ਜਿਹੜੇ ਸੀਗੇ ਇੱਕ ਹੈਲਮਟ ਪਾਉਂਦੇ ਸੀ। ਜੇ ਕਦੇ ਪੁਰਾਣੀਆਂ ਤਸਵੀਰਾਂ 'ਤੇ ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗਾ, ਕਦੇ ਪੁਰਾਣੀਆਂ ਤਸਵੀਰਾਂ ਤੁਸੀਂ ਕਦੇ ਦੇਖੋ ਨਾ, ਤਾਂ ਉਹਨਾਂ ਤਸਵੀਰਾਂ ਵਿੱਚ ਜਿਵੇਂ ਅਸੀਂ ਸੰਜੋ ਪਾਉਂਦੇ ਸੀਗੇ, ਪੂਰੀ ਲੋਹੇ ਦੀ ਬਣੀ ਹੁੰਦੀ ਆ, ਉਹ ਸੰਜੋ ਸਿਰ ਤੱਕ ਨੂੰ ਢੱਕਦੀ ਸੀਗੀ, ਕਿਉਂਕਿ ਜੇ ਕੋਈ ਤੀਰ ਜਾਂ ਕੋਈ ਗੰਡਾਸਾ ਜਾਂ ਕਾਪਾ ਜਾਂ ਤਲਵਾਰ ਦਾ ਵਾਰ ਉੱਤੇ ਆਉਂਦਾ ਸੀ ਸਿਰ ਦੇ ਉੱਤੇ, ਤੇ ਉਹ ਸੰਜੋ ਜਿਹੜੀ ਸੀ ਉਹ ਬਚਾਅ ਕਰਦੀ ਸੀ, ਉਹ ਫੱਟ ਨਹੀਂ ਸੀ ਵੱਜਣ ਦਿੰਦੀ ਹੁੰਦੀ ਗੀ। ਮੰਨ ਕੇ ਚਲੋ ਜੇ ਉਹਦਾ ਥੋੜ੍ਹਾ ਜਿਹਾ ਸੁਧਰਿਆ ਰੂਪ ਵੀ ਗੱਲ ਕੀਤੀ ਜਾਵੇ, ਤਾਂ ਜੇ ਅੱਜ ਦੇ ਆਧਾਰ ਦੇ ਉੱਤੇ ਅਗਰ ਵਾਕਈ ਸੁਰੱਖਿਆ ਦਾ ਮਾਮਲਾ ਹੈ ਆ, ਤੇ ਇਸ ਨੂੰ ਲੈ ਕੇ ਪਹਿਲਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਆ, ਉਹ ਤੇ ਬਾਕੀ ਜਿਹੜੇ ਆਰਮੀ ਵਾਲੇ ਆ ਜਾਂ ਫਿਰ ਕੇਂਦਰ ਸਰਕਾਰ ਦੇ ਉਹ ਨੁਮਾਇੰਦੇ ਆ ਜਿਨ੍ਹਾਂ ਦੇ ਵੱਲੋਂ ਇਹ ਗੱਲ ਕੀਤੀ ਗਈ ਆ, ਜਾਂ ਜਿਹੜੇ ਸਿੱਖ ਬੁੱਧੀਜੀਵੀ ਆ, ਉਹਨਾਂ ਨੂੰ ਮਿਲ ਬੈਠ ਕੇ ਗੱਲ ਕਰਨੀ ਚਾਹੀਦੀ ਆ। ਔਰ ਖ਼ਾਸ ਤੌਰ ਦੇ ਉੱਤੇ ਸਿੱਖ ਆਰਮੀ ਦੇ ਵੱਡੇ ਅਫਸਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਕਿੱਦਾਂ ਲੱਗਦਾ ਹੈਗਾ ਕਿ ਇਹ ਸੁਰੱਖਿਆ ਲਈ ਲਾਜ਼ਮੀ ਆ, ਕਿਉਂਕਿ ਸਮਾਂ ਬਦਲਣ ਦੇ ਨਾਲ ਕੁਝ ਚੀਜ਼ਾਂ ਦਾ ਬਦਲਣਾ ਜ਼ਰੂਰੀ ਹੁੰਦਾ ਆ। ਤੇ ਜਦੋਂ ਦਸਤਾਰ ਤਾਂ ਲਾਉਣ ਦੀ ਗੱਲ, ਇੱਕ ਇਹ ਵੀ ਨੁਕਤਾ ਨੋਟ ਕਰਿਓ, ਦਸਤਾਰ ਲਾਉਣ ਦੀ ਗੱਲ ਨਹੀਂ ਕੀਤੀ ਗਈ, ਦਸਤਾਰ ਦੇ ਉੱਤੇ ਪਾਉਣ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਔਰ ਇਸ ਕਰਕੇ ਵਿਵਾਦ ਬੇਸ਼ੱਕ ਛਿੜ ਗਿਆ ਆ, ਪਰ ਕਹਿੰਦੇ ਹੁੰਦੇ ਆ ਹਰ ਵਿਵਾਦ ਦਾ ਜਿਹੜਾ ਆ ਕੋਈ ਹੱਲ ਹੁੰਦਾ ਆ, ਔਰ ਉਹ ਫਿਰ ਮਿਲ ਬੈਠ ਕੇ ਹੀ ਉਹਨੂੰ ਸੁਲਝਾਇਆ ਜਾ ਸਕਦਾ ਆ। ਸਿਰਫ ਧਾਰਮਿਕ ਜਾਂ ਸਿਆਸੀ ਆਗੂਆਂ ਦੇ ਵਿਚਾਰ ਨਹੀਂ, ਸਗੋਂ ਇਤਿਹਾਸਕਾਰ ਅਤੇ ਬੁੱਧੀਜੀਵੀਆਂ ਦੇ ਨਾਲ ਮਿਲ ਕੇ ਹੀ ਇਸ ਫੈਸਲੇ ਦਾ ਜਿਹੜਾ ਆ ਉਹ ਕੋਈ ਹੱਲ ਕੱਢਣਾ ਪਊਗਾ। ਤਾਂ ਫੌਜ ਵਿੱਚ ਇੱਕ ਪ੍ਰਥਾ ਹੈ ਕਿ ਸੈਨਿਕ ਸੰਮੇਲਨ ਜਾਂ ਦਰਬਾਰ ਜਿਸ ਵਿੱਚ ਅਫਸਰ ਯੂਨਿਟ ਨੂੰ ਕਿਸੇ ਵੀ ਮਸਲੇ ਵਾਲੇ ਵਿਚਾਰ ਪੁੱਛਦੇ ਆ, ਇਹ ਸੋਚ ਸਮਝ ਕੇ ਸੰਵਾਦ ਤੋਂ ਬਾਅਦ ਫੈਸਲਾ ਲੈਣਾ ਪਊਗਾ ਅਤੇ ਦੇਖਣਾ ਹੋਊਗਾ ਕਿ ਸਿੱਖ ਫੌਜ ਦੀ ਧਾਰਨਾ ਕੀ ਹੈ, ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਸਕਦੇ ਨੇ। ਇਸ ਕਰਕੇ ਕਿਹਾ ਜਾ ਸਕਦਾ ਕਿ ਹਰ ਚੀਜ਼ ਜਿਹੜੀ ਹੈ ਉਹ ਸਿੱਖਾਂ ਦੇ ਵਿਰੁੱਧ ਨਹੀਂ ਹੁੰਦੀ। ਠੀਕ ਹੈ, ਜਥੇਦਾਰ ਸਾਹਿਬ ਦੇ ਆਪਦੀ ਵਿਚਾਰਧਾਰਾ ਆ, ਤੇ ਇਹ ਵੀ ਠੀਕ ਹੈ ਕਿ ਵਰਜਿਤ ਵੀ ਹੈ ਟੋਪੀ ਪਾਉਣਾ, ਪਰ ਟੋਪੀ ਔਰ ਹੈਲਮਟ ਜਿਹੜਾ ਆ ਉਹਦੇ ਵਿੱਚ ਬਹੁਤ ਫਰਕ ਵੀ ਆ। ਸੋਚਣਾ ਪਊਗਾ ਕਿ ਆਖਰ ਜੇ ਬੁੱਧੀਜੀਵੀ ਆਰਮੀ ਦੇ ਜਿਹੜੇ ਵੱਡੇ ਅਫਸਰ ਆ ਜਾਂ ਸਿੱਖ ਅਫਸਰ ਆ ਜਾਂ ਜਥੇਦਾਰ ਅਕਾਲ ਤਖਤ ਸਾਹਿਬ, ਮੈਂ ਫਿਰ ਕਹਿਣਾ ਹੈ ਕਿ ਜੇ ਉਹ ਮਿਲ ਬੈਠ ਕੇ ਇਸ ਮੁੱਦੇ ਉੱਤੇ ਖੁੱਲ੍ਹ ਕੇ ਗੱਲ ਕਰ ਲੈਣ ਤਾਂ ਹੋ ਸਕਦਾ ਹੈ ਕਿ ਵਿਵਾਦ ਬਣਨ ਦੀ ਬਜਾਏ ਇਹ ਮਸਲਾ ਜਿਹੜਾ ਆ ਉਹ ਸੁਲਝ ਜਾਵੇ, ਕੋਈ ਇਸ ਦਾ ਹੱਲ ਨਿਕਲ ਆਵੇ। ਹੁਣ ਆਉਂਦੇ ਜੀ ਅਗਲੀ ਖਬਰ ਵਾਲੇ ਪਾਸੇ। ਦਿੱਲੀ ਦੇ ਸਿੱਖ ਆਗੂਆਂ ਦੀ ਇਲਜ਼ਾਮ ਤਰਾਸ਼ੀ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖਿਆ ਉਹਨਾਂ ਨੇ ਖੱਤ। ਇਹਨਾਂ ਦਿਨਾਂ 'ਚ ਚਰਚਾ ਬਣੀ ਹੋਈ ਹੈ। ਇਸੇ ਮਹੀਨੇ ਦੇ ਵਿੱਚ ਚੜ੍ਹਦੇ ਸਾਲ ਜਨਵਰੀ ਦੇ ਵਿੱਚ ਹੀ ਚਰਚਾ ਬਣੀ ਹੈ। 2 ਖੱਤ ਜਿਹੜੇ ਆ ਉਹ ਲਿਖੇ ਗਏ ਨੇ, ਦੋਵੇਂ ਵੱਖ-ਵੱਖ ਧਿਰਾਂ ਔਰ ਹੈ ਦਿੱਲੀ ਦੇ ਸਿੱਖ ਆਗੂ ਆ। ਇਲਜ਼ਾਮ ਤਰਾਸ਼ੀ ਇੱਕ ਦੂਜੇ ਉੱਤੇ ਕਰਦੇ ਪਏ ਆ। ਪਹਿਲੀ ਇਹ ਜਿਹੜੀ ਖਬਰ ਆ ਉਸ ਸੰਬੰਧੀ ਆਉਂਦੇ ਆ। ਪਹਿਲੀ ਖਬਰ ਜਿਹੜੀ ਕੱਲ੍ਹ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਉਸ 'ਤੇ ਆਉਂਦੇ ਆ ਕਿ ਸਰਨਾ ਦਾ ਜਥੇਦਾਰ ਨੂੰ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਰਲੋਚਨ ਸਿੰਘ ਕਾਲਕਾ ਤੇ ਕੱਲ੍ਹ ਨੂੰ ਕੀਤਾ ਜਾਵੇ ਤਲਬ। ਇਹ ਸਰਨਾ ਭਰਾਵਾਂ ਨੇ ਲਿਖਿਆ ਆ। ਤਾਂ ਖਬਰ ਕੀ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਿਆ ਆ। ਇਹ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੇ ਜਥੇਦਾਰ ਦੇ ਨਿੱਜੀ ਸਹਾਇਕ ਜਿਹੜੇ ਆ ਉਹਨਾਂ ਨੂੰ ਸੌਂਪਿਆ ਗਿਆ ਆ। ਪਰਮਜੀਤ ਸਿੰਘ ਸਰਨਾ ਨੇ ਲਿਖਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਵਿੱਚ 5 ਤੋਂ 7 ਜਨਵਰੀ ਤੱਕ ਕਰਵਾਈ ਗਈ ਪਹਿਲੀ ਸਿੱਖ
ਇਤਿਹਾਸਕ ਕਾਨਫਰੰਸ ਵਿੱਚ ਬੋਲਦਿਆਂ ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਉਹਨਾਂ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ 30,000 ਕਿਲੋਮੀਟਰ ਦਾ ਸਫ਼ਰ ਹਿੰਦੁਸਤਾਨ ਦੀ ਏਕਤਾ ਲਈ ਕੀਤਾ। ਉਹ ਕਹਿੰਦੇ ਆ ਜਿਹੜੀ ਤਰਲੋਚਨ ਸਿੰਘ ਹੋਰਾਂ ਨੇ ਇਹ ਗੱਲ ਕੀਤੀ ਹੈ ਉਹ ਝੂਠ ਹੀ ਨਹੀਂ, ਸਗੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਮੁੱਚੇ ਸੰਸਾਰ ਦੇ ਮਾਨਵਵਾਦੀ ਜਿਹੜਾ ਸਿਧਾਂਤ ਸੀਗਾ ਉਸ ਸਿਧਾਂਤ ਉੱਤੇ ਵੀ ਸਿੱਧੀ ਚੋਟ ਪਹੁੰਚਾਈ ਗਈ ਹੈ। ਹੁਣ ਸਿੱਧੀ ਚੋਟ ਪਹੁੰਚਾਉਣ ਵਾਲੀ ਗੱਲ ਕੀਤੀ ਗਈ ਹੈ, ਕਿਉਂ ਕੀਤੀ ਗਈ ਹੈ? ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਫ਼ਰ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਸਫ਼ਰ ਜਿਹੜਾ ਸੀਗਾ ਸਮੁੱਚੀ ਮਾਨਵਤਾ ਦੇ ਭਲੇ ਲਈ, ਸਾਰੇ ਸੰਸਾਰ ਦੇ ਕਲਿਆਣ ਹਿੱਤ ਕੀਤਾ, ਨਾ ਕਿ ਇੱਕ ਦੇਸ਼ ਦੀ ਏਕਤਾ ਦੇ ਵਾਸਤੇ। ਹੁਣ ਇੱਥੇ ਸਿੱਖ ਇਤਿਹਾਸ ਦੇ ਹਵਾਲੇ ਦਿੱਤੇ ਆ ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜਿਹੜੇ ਸੀਗੇ ਉਹ ਬਗਦਾਦ ਵੀ ਗਏ ਹੈ, ਸ਼੍ਰੀਲੰਕਾ ਵੀ ਗਏ ਹੈ, ਠੀਕ ਹੈ, ਔਰ ਚੀਨ ਤੱਕ ਦੇ ਕਈ ਸ਼ਹਿਰ ਜਿਹੜੇ ਹੈ ਉੱਥੇ ਤੱਕ ਗਏ ਆ, ਮੱਕੇ ਗਏ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਸ ਕਰਕੇ ਉਹਨਾਂ ਨੂੰ ਇਕੱਲੇ ਇੱਕ ਦੇਸ਼ ਦੀ ਏਕਤਾ ਅਖੰਡਤਾ ਦੇ ਵਾਸਤੇ ਛੋਟਾ ਨਾ ਕੀਤਾ ਜਾਵੇ, ਉਹਨਾਂ ਦਾ ਸਮੁੱਚੀ ਲੁਕਾਈ ਵਾਸਤੇ, ਸਮੁੱਚੀ ਮਨੁੱਖਤਾ ਵਾਸਤੇ, ਸੰਸਾਰ ਪੱਧਰ ਦੀ ਮਨੁੱਖਤਾ ਦੇ ਵਾਸਤੇ ਉਹਨਾਂ ਦਾ ਸੁਨੇਹਾ ਸੀ, ਜਿਨ੍ਹਾਂ ਨੂੰ ਤਰਲੋਚਨ ਸਿੰਘ ਹੋਰਾਂ ਨੇ ਛੋਟੀਆਂ ਕਰਕੇ ਪੇਸ਼ ਕੀਤਾ ਆ। ਇਸ ਕਰਕੇ ਉਹਨਾਂ ਦਾ ਇਲਜ਼ਾਮ ਹੈ ਕਿ ਤਰਲੋਚਨ ਸਿੰਘ ਨੇ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਹੈ। ਤਾਂ ਦੂਜੇ ਪਾਸੇ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਸੇਵਾ ਮੁਕਤ ਨੇ ਇੱਕ ਓਂਕਾਰ ਨੂੰ ਏਕਮ ਆਖ ਕੇ ਵੱਡਾ ਗੁਨਾਹ ਕੀਤਾ ਆ। ਹੁਣ ਇਹ ਦੂਜਾ ਮੁੱਦਾ ਆ। ਉੱਤਰਾਖੰਡ ਦੇ ਯਾਨੀ ਰਾਜਪਾਲ ਜਿਨ੍ਹਾਂ ਦਾ ਨਾਮ ਹੈਗਾ ਜਨਰਲ ਗੁਰਮੀਤ ਸਿੰਘ, ਤੇ ਉਹਨਾਂ ਨੇ ਇੱਕ ਓਂਕਾਰ ਨੂੰ ਏਕਮ ਆਖ ਕੇ ਵੱਡਾ ਗੁਨਾਹ ਕੀਤਾ ਆ। ਸਰਨਾ ਨੇ ਕਿਹਾ ਹੈ ਕਿ ਉਹਨਾਂ ਨੇ ਪਿਛਲੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਦਰਕਿਨਾਰ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਮਨਾਉਣ ਬਾਰੇ ਵੀ ਪੱਤਰ ਲਿਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੀ ਬੇਨਤੀ ਕੀਤੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਸਪਸ਼ਟ ਕਹਿੰਦੀ ਹੈ ਕਿ ਅਸੀਂ ਜੋ ਕੇਂਦਰ ਸਰਕਾਰ ਦੇ ਉੱਤੇ ਜ਼ੋਰ ਪਾਇਆ ਸੀਗਾ ਕਿ ਵੀਰ ਬਾਲ ਦਿਵਸ ਮਨਾਇਆ ਜਾਵੇ, ਜਦੋਂ ਕਿ ਬਾਕੀ ਸਿੱਖ ਕੌਮ, ਬਾਕੀ ਸਿੱਖ ਜਥੇਬੰਦੀਆਂ ਸ਼ਹਾਦਤ ਦਿਵਸ ਦੀ ਗੱਲ ਕਰਦੀਆਂ ਪਈਆਂ ਸੀ, ਵੀਰ ਬਾਲ ਦਿਵਸ ਜਿਹੜਾ ਸੀਗਾ ਉਹਦਾ ਵਿਰੋਧ ਕਰਦੀਆਂ ਪਈਆਂ ਸੀ। ਪਰ ਇਸ ਦੇ ਬਾਵਜੂਦ ਇਹ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਵੀਰ ਬਾਲ ਦਿਵਸ ਦੀ ਅੜੀ ਹੀ ਕਰਕੇ ਉਸ ਨੂੰ ਮਨਾਇਆ ਗਿਆ ਆ। ਬੇਸ਼ੱਕ ਇਸ ਗੱਲ ਨੂੰ ਸ਼ੁਕਰੀਆ ਵੀ ਕਰਨਾ ਬਣਦਾ ਕੇਂਦਰ ਸਰਕਾਰ ਦਾ ਕਿ ਬੇਸ਼ੱਕ ਚਲੋ ਇਸ ਨਾਂ ਨਾਲ ਹੀ ਮਨਾਇਆ, ਘੱਟੋ ਘੱਟ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਨੂੰ ਤਾਂ ਯਾਦ ਰੱਖਿਆ ਗਿਆ ਆ, ਚਲੋ ਦਿਨ ਤਾਂ ਮਨਾਉਣਾ ਸ਼ੁਰੂ ਕੀਤਾ ਆ। ਪਰ ਇੱਥੇ ਇੱਕ ਗੱਲ ਸੀ ਕਿ ਜੇ ਇੱਥੇ ਮਨਜਿੰਦਰ ਸਿੰਘ ਸਿਰਸਾ ਚਲੇ ਜਾਂਦੇ ਆ ਜਾਂ ਹਰਮੀਤ ਸਿੰਘ ਕਾਲਕਾ ਹੁਣ ਉਹਨਾਂ ਦੇ ਨਾਲ ਜੁੜੇ ਹੋਏ ਆ, ਤਾਂ ਘੱਟੋ ਘੱਟ ਇਹਨਾਂ ਨੂੰ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਕਰਾਉਣਾ ਚਾਹੀਦਾ ਸੀ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ, ਉਹਨਾਂ ਦੀ ਜੋ ਮੰਗ ਹੈ ਉਹ ਮੰਨਣੀ ਚਾਹੀਦੀ ਹੈ। ਇਸ ਨੂੰ ਬਾਲ ਦਿਵਸ ਵਜੋਂ ਨਹੀਂ ਮਨਾਉਣਾ ਚਾਹੀਦਾ ਗਾ, ਇਸ ਨੂੰ ਜਿਹੜਾ ਆ ਸ਼ਹਾਦਤ ਦਿਵਸ ਵਜੋਂ ਮਨਾਉਣਾ ਚਾਹੀਦਾ। ਉਹ ਬਾਲ ਨਹੀਂ ਸੀ, ਉਹ ਬਾਬੇ ਆ, ਸਾਡੇ ਸਿੱਖ ਕੌਮ ਦੇ ਬਾਬੇ ਆ, ਤੇ ਬਾਬਿਆਂ ਨੂੰ ਉਹਨਾਂ ਦੇ ਹਿਸਾਬ ਦੇ ਨਾਲ ਹੀ ਦਿਨ ਜਿਹੜਾ ਸੀਗਾ ਮਾਣ ਤਾਣ ਦੇ ਕੇ ਮਨਾਉਣਾ ਚਾਹੀਦਾ ਸੀਗਾ। ਤਾਂ ਇਸ ਮਾਮਲੇ ਵਿੱਚ ਉਹਨਾਂ ਨੇ ਕਿਹਾ ਆ ਕਿ ਉਸ ਬੇਨਤੀ ਸਣੇ ਉਹਨਾਂ ਨੇ ਕਿਹਾ ਹੈ ਕਿ ਤਰਲੋਚਨ ਸਿੰਘ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ, ਰਾਜਪਾਲ ਗੁਰਮੀਤ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਹੋਰ ਇਸ ਵਿੱਚ ਸ਼ਾਮਲ ਲੋਕਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕਰਕੇ ਧਾਰਮਿਕ ਸਜ਼ਾ ਸੁਣਾਈ ਜਾਵੇ। ਇਹ ਕੱਲ੍ਹ ਦਾ ਪੱਤਰ ਹੈ। 6 ਜਨਵਰੀ ਦਾ ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗਾ। 6 ਜਨਵਰੀ ਨੂੰ ਇੱਕ ਖਬਰ ਛਾਇਆ ਹੋਈ ਸੀਗੀ, ਉਹਦੇ ਵਿੱਚ ਵੀ ਇੱਕ ਖਤ ਜਿਹੜਾ ਸੀਗਾ ਉਹ ਲਿਖਿਆ ਗਿਆ ਸੀ। ਉਹ ਲਿਖਿਆ ਕਿਹਨੇ ਸੀਗਾ? ਹੁਣ ਇੱਥੇ ਸਰਨੇ ਭਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਮੀਤ ਸਿੰਘ ਕਾਲਕਾ, ਸਿਰਸਾ ਹੋਣੀ ਜਾਂ ਜਿਹੜੇ ਬਾਕੀ ਆ ਤਰਲੋਚਨ ਸਿੰਘ ਹੋਣੀ ਆ, ਉਹਨਾਂ ਦੇ ਖਿਲਾਫ ਗੱਲ ਕਰੀ ਜਾਂਦੇ ਆ। ਪਰ ਹੁਣ ਇਹ ਐਉਂ ਲੱਗ ਰਿਹਾ ਇਲਜ਼ਾਮ ਤਰਾਸ਼ੀ ਵਿੱਚ। ਹੁਣ ਆ ਵੀ ਚਿੱਠੀ ਤੁਸੀਂ ਸੁਣਿਓ ਵੀ ਇਹ ਚਿੱਠੀ ਕੀ ਕਹਿੰਦੀ ਸੀਗੀ।
ਇਹ ਚਿੱਠੀ ਲਿਖੀ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਨਾ ਭਰਾਵਾਂ ਦੀ ਸ਼ਿਕਾਇਤ ਕੀਤੀ ਸੀਗੀ ਤੇ ਉਹਨਾਂ ਨੇ ਸਰਨਾ ਭਰਾਵਾਂ ਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕੀਤੀ ਸੀ ਜਥੇਦਾਰ ਦੇ ਅੱਗੇ। ਸਰਨਾ ਭਰਾਵਾਂ ਦੇ ਅਕਸ ਨੂੰ ਠੀਕ ਕਰਨ ਲਈ ਖਰਚੇ ਜਾ ਰਹੇ ਆ ਐਸਜੀਪੀਸੀ ਦੇ ਕਰੋੜਾਂ ਰੁਪਏ। ਔਰ ਸਰਨਾ ਭਰਾਵਾਂ ਬਾਰੇ ਨਾ ਪਿਛਲੇ ਦਿਨੀ ਕਾਫੀ ਚਰਚਾ ਉੱਠੀ ਹੈ ਕਿ ਸਰਨਾ ਭਰਾਵਾਂ ਦਾ ਜਿਹੜਾ ਆ ਉਹ ਇਖਲਾਕ ਜਿਹੜਾ ਹੈ ਉਹ ਸਹੀ ਨਹੀਂ ਹੈਗਾ। ਕਾਰਨ ਕੀ ਆ ਕਿ ਸਰਨਾ ਭਰਾਵਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਆ, ਉਹ ਸ਼ਰਾਬ ਦਾ ਧੰਦਾ ਕਰਦੇ ਪਏ ਆ। ਹੁਣ ਸਿੱਖ ਹੋਣ, ਜਥੇਦਾਰ ਹੋਣ, ਪੰਥ ਦੇ ਇੱਕ ਵੱਡੇ ਆਗੂ ਬਣੇ ਤੇ ਕੰਮ ਉਹ ਧੰਦੇ ਜਿਹੜੇ ਕਾਰਨ ਨਸ਼ਿਆਂ ਦੇ, ਹੈਰਾਨੀ ਦੀ ਗੱਲ ਆ, ਸਿੱਖੀ ਦੇ ਉਲਟ ਵਾਲੀ ਗੱਲ ਆ। ਤੇ ਇਹ ਉੱਥੇ ਮੁੱਦਾ ਜਿਹੜਾ ਆ ਰੌਲਾ ਪਿਆ ਹੋਇਆ, ਇਹ ਚਰਚਾ ਛਿੜੀ ਹੋਈ ਆ। ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਜਿਹੜਾ ਆ ਜਨਵਰੀ ਦਾ, ਜਿਹੜਾ ਮੈਂ 6 ਤਰੀਕ ਦਾ ਜ਼ਿਕਰ ਕਰਦਾ ਪਿਆ, ਉਦੋਂ ਇਹ ਖਤ ਲਿਖਿਆ ਸੀਗਾ। ਇਸ ਦੇ ਜ਼ਰੀਏ ਉਹਨਾਂ ਨੇ ਜਥੇਦਾਰ ਨੂੰ ਸ਼ਰਨਾ ਭਰਾਵਾਂ ਖਿਲਾਫ ਸ਼ਿਕਾਇਤ ਕੀਤੀ ਤੇ ਉਹਨਾਂ ਦੇ ਪੰਥ ਵਿਰੋਧੀ ਕੰਮ ਕਰਨ ਦੇ ਇਲਜ਼ਾਮ ਲਗਾਉਂਦਿਆਂ ਉਹਨਾਂ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੇ ਦਸਤਖਤ ਹੇਠ ਲਿਖੇ ਗਏ ਪੱਤਰ ਵਿੱਚ ਕਿਹਾ ਗਿਆ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਪੰਥ ਦੀ ਸਿਰਮੌਰ ਸੰਸਥਾ ਹੈ, ਉਸ ਨੂੰ ਸੰਗਤ ਵੱਲੋਂ ਦਿੱਤਾ ਕਰੋੜਾਂ ਰੁਪਈਆ ਸਰਨਾ ਭਰਾਵਾਂ ਦੇ ਅਕਸ ਨੂੰ ਠੀਕ ਕਰਨ ਵਾਸਤੇ ਖਰਚ ਕੀਤਾ ਜਾ ਰਿਹਾ ਆ। ਸਰਨਾ ਭਰਾ ਜੋ ਕਿ ਸਿੱਖ ਪੰਥ ਵਿਰੋਧੀ ਕੰਮਾਂ ਵਾਸਤੇ ਜਾਣੇ ਜਾਂਦੇ ਆ ਤੇ ਪਿਛਲੇ ਦਿਨੀ ਦਿੱਲੀ ਦੇ ਸ਼ਰਾਬ ਤਸਕਰੀ ਦੇ ਮਾਮਲੇ ਵਿੱਚ ਇਹਨਾਂ ਦੇ ਪਰਿਵਾਰ ਦੀਆਂ ਕੰਪਨੀਆਂ ਦਾ ਜੁੜੇ ਹੋਣ ਦਾ ਮਾਮਲਾ ਸਾਹਮਣੇ ਆਇਆ। ਇਹਨਾਂ ਦਾ ਪਰਿਵਾਰ ਦਿੱਲੀ, ਪੰਜਾਬ, ਹਰਿਆਣਾ ਅਤੇ ਹੋਰ ਸਟੇਟਾਂ ਵਿੱਚ ਸ਼ਰਾਬ ਦੇ ਵੱਡੇ ਵਪਾਰੀ ਦੇ ਤੌਰ ਤੇ ਕੰਮ ਕਰਦਾ ਆ, ਜੋ ਦਿੱਲੀ ਦੇ ਵਿੱਚ ਸਾਰਿਆਂ ਨੂੰ ਪਤਾ ਆ, ਇਹ ਜੱਗ ਜ਼ਾਹਿਰ ਆ। ਪੱਤਰ ਵਿੱਚ ਅੱਗੇ ਲਿਖਿਆ ਹੈ ਕਿ ਸਰਨਾ ਭਰਾ ਸ਼ੁਰੂ ਤੋਂ ਹੀ ਪੰਥ ਨੂੰ ਢਾਹ ਲਾਉਂਦੇ ਆ ਰਹੇ ਆ। ਇਹਨਾਂ ਨੇ 1984 ਵਿੱਚ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀਆਂ ਨੂੰ ਸਰੋਪੇ ਪਾ ਕੇ ਸਟੇਜਾਂ ਤੇ ਸਨਮਾਨਿਤ ਕਰਕੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦਾ ਕੰਮ ਕੀਤਾ। ਜਦੋਂ 84 ਵਿੱਚ ਸਿੱਖ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਦੀ ਚੋਣ ਟਿਕਟ ਕੱਟੀ ਗਈ ਤਾਂ ਪਰਮਜੀਤ ਸਿੰਘ ਜਿਹੜਾ ਸਰਨਾ ਆ, ਇਹਨਾਂ ਦੇ ਪਰਿਵਾਰ ਦੇ ਹੱਕ ਵਿੱਚ ਨਿਤਰਿਆ। ਦਿੱਲੀ ਕਮੇਟੀ ਨੇ ਕਿਹਾ ਕਿ ਸਰਨਾ ਭਰਾ 1984 ਵਿੱਚ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨਾਲ ਸਾਂਝ ਪਾਈ ਬੈਠੇ ਰਹੇ ਆ, ਪੰਥ ਵਿਰੋਧੀ ਕੰਮ ਕਰਦੇ ਰਹੇ ਆ। ਇਸ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਦੋਸ਼ ਹੈ। ਤਾਂ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸਰਨਾ ਭਰਾ ਮੋਟੀ ਰਕਮ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਕਿ ਉਹਨਾਂ ਨੂੰ ਈਡੀ ਅਤੇ ਸੀਬੀਆਈ ਤੋਂ ਬਚਣ ਲਈ ਪੰਥਕ ਕਵਚ ਜਿਹੜਾ ਆ ਉਹ ਮਿਲ ਸਕੇ। ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਰਮਜੀਤ ਸਿੰਘ ਸਰਨਾ ਨੂੰ ਸ਼ਰਾਬ ਦਾ ਵੱਡਾ ਤਸਕਰ ਦੱਸਦੇ ਰਹੇ ਨੇ। ਕਿੱਧਰ ਜਾਂਦੀ ਰਾਜਨੀਤੀ, ਕਿੱਧਰ ਰਹਿ ਜਦੋਂ ਇਦਾਂ ਹੋ ਜਾਵੇ, ਆਪਦੇ ਆਪ ਨੂੰ ਬਚਾਉਂਦਿਆਂ ਕਰਦਿਆਂ ਕੀ ਦਾ ਕੀ ਹੋ ਜਾਂਦਾ, ਹੈਰਾਨੀ ਇਸ ਗੱਲ ਦੀ ਹੈ। ਤਾਂ ਹੁਣ ਪੱਤਰ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਨੂੰ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਵਰਤਦਾ ਰਿਹਾ ਹੈ। ਹੁਣ ਜਿੱਥੇ ਸ਼੍ਰੋਮਣੀ ਕਮੇਟੀ ਦਾ ਕਰੋੜਾਂ ਰੁਪਈਆ ਸਰਨਾ ਭਰਾਵਾਂ ਦੇ ਅਕਸ ਨੂੰ ਠੀਕ ਕਰਨ ਲਈ ਦਿੱਲੀ ਵਿੱਚ ਵਰਤਿਆ ਜਾ ਰਿਹਾ, ਨਾਲ ਹੀ ਇਹ ਵੀ ਪਤਾ ਲੱਗਿਆ ਹੈ ਕਿ ਪੀਟੀਸੀ ਚੈਨਲ ਜਿੱਥੋਂ ਸ਼੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੁੰਦਾ ਆ, ਉਹ ਵੀ ਸਰਨਾ ਭਰਾਵਾਂ ਦੇ ਅਕਸ ਨੂੰ ਸੁਧਾਰਨ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਨੂੰ ਦੱਸਿਆ ਹੈ ਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੀਟੀਸੀ ਚੈਨਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰੋੜਾਂ ਰੁਪਈਆ ਕਾਰਨਾਮੇ ਤਹਿਤ ਬਕਾਇਆ ਦੇਣਾ ਆ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਨਾ ਭਰਾਵਾਂ ਨੂੰ ਸਿੱਖ ਵਿਰੋਧੀ ਗਤੀਵਿਧੀਆਂ ਕਰਨ, ਪੀਟੀਸੀ ਚੈਨਲ ਦੇ ਕਰਾਰਨਾਮੇ ਨੂੰ ਜਨਤਕ ਨਾ ਕਰਨ, ਅਕਾਲ ਤਖਤ ਦੇ ਹੁਕਮ ਨਾ ਮੰਨਣ ਕਾਰਨ ਇਹਨਾਂ ਨੂੰ ਅਕਾਲ ਤਖਤ ਤੇ ਬੁਲਾ ਕੇ ਪੰਥ ਵਿੱਚੋਂ ਛੇਕਿਆ ਜਾਵੇ। ਤਾਂ ਦੂਜੇ ਪਾਸੇ ਜਦੋਂ ਇਹ ਪਹਿਲਾ ਖਤ ਆਇਆ ਸੀਗਾ ਤੇ ਪਰਮਜੀਤ ਸਿੰਘ ਸਰਨਾ ਦਾ ਇੱਥੇ ਬਿਆਨ ਸੀਗਾ, ਉਹ ਕੀ ਸੀਗਾ, ਸਪਸ਼ਟੀਕਰਨ ਇਹ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਨਾ ਨੇ ਕਿਹਾ ਆ, ਪਰਮਜੀਤ ਸਿੰਘ ਨੇ, ਕਿ ਮੇਰੇ ਤੇ ਝੂਠੇ ਜਿਹੜੇ ਇਲਜ਼ਾਮ ਆ ਉਹ ਲਗਾਏ ਜਾ ਰਹੇ ਆ। ਉਹਨਾਂ ਇਹ ਵੀ ਕਿਹਾ ਕਿ ਮੈਂ ਚਾਹੁੰਦਾ ਕਿ ਜਥੇਦਾਰ ਖੁਦ ਇਸ ਕੇਸ ਦੀ ਪੈਰਵਾਈ ਕਰਨ। ਉਹਨਾਂ ਇਹ ਵੀ ਕਿਹਾ ਕਿ ਮੈਨੂੰ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਕਦੇ ਵੀ ਐਸਜੀਪੀਸੀ ਦਾ 1 ਰੁਪਈਆ ਵੀ ਨਹੀਂ ਲਿਆ। ਸਰਨਾ ਨੇ ਅੱਗੇ ਕਿਹਾ ਕਿ ਇਸ ਸੰਬੰਧੀ ਜਥੇਦਾਰ ਨੂੰ ਹੀ ਜਵਾਬ ਦੇਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ 9 ਸਾਲਾਂ ਦਾ ਹਿਸਾਬ ਮੰਗਿਆ ਜਾਵੇ। ਹੁਣ ਕੌਣ ਸਹੀ ਅਤੇ ਕੌਣ ਗਲਤ ਆ? ਜਾਂ ਤਾਂ ਜਥੇਦਾਰ ਸਾਹਿਬ ਫੈਸਲਾ ਕਰਨ ਕਿ ਸਰਨੇ ਭਰਾ ਠੀਕ ਹੈ, ਤਾਂ ਹੁਣ ਸਰਨੇ ਭਰਾਵਾਂ ਦੀ ਚਿੱਠੀ ਤੇ ਗੌਰ ਕਰਨਗੇ ਜਥੇਦਾਰ ਸਾਹਿਬ, ਜਾਂ ਫਿਰ ਐਸਜੀਪੀਸੀ ਜਿਹੜੀ ਦਿੱਲੀ ਦੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ,
ਉਹਨਾਂ ਦਾ ਜਿਹੜਾ ਖਾਤਾ ਆਇਆ ਸੀਗਾ ਸਰਨੇ ਭਰਾਵਾਂ ਦੇ ਖਿਲਾਫ ਉਹ 'ਤੇ ਕੰਮ ਕਰਨਗੇ, ਜਾਂ ਫਿਰ ਸਰਨਿਆਂ ਦੀ ਚਿੱਠੀ ਜਿਹੜੀ ਉਹਨਾਂ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਆਈ ਹੈ। ਹੁਣ ਦੇਖਣਾ ਇਹ ਹੋਊਗਾ, ਪਰ ਇਲਜ਼ਾਮ ਤਰਾਸ਼ੀਆਂ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਦੇ ਉੱਤੇ ਲਗਾਈਆਂ ਜਾ ਰਹੀਆਂ ਨੇ। ਸੋ ਇਹ ਸੀ ਜੀ 2 ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਸੋ ਇੱਥੇ ਕਰਦੇ ਹਾਂ ਸਮਾਪਤ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸਾਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।